ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਗੁਰੂ ਸਵਾਰਿਓ, ਗੁਰੂ ਪਿਆਰ ਵਿੱਚ ਭਿੱਜ ਕੇ ਬੁਲਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਦੇ ਵਿੱਚ ਆਪਾਂ ਸੁਖਮਨੀ ਸਾਹਿਬ ਜੀ ਦੀ 7ਵੀਂ ਅਸ਼ਟਪਦੀ ਦੇ ਨਾਲ ਲੱਗਦੇ ਹੋਏ ਸ਼ਲੋਕ ਦੀ ਵਿਚਾਰ ਸਰਵਣ ਕਰਨੀ ਹੈ। ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਜਿਸ ਦਾ ਕਿ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਸ਼ਬਦ ਆਇਆ ਅਗੰਮ। ਅਗੰਮ ਦਾ ਅਰਥ ਹੁੰਦਾ ਜਿਸ ਤੱਕ ਪਹੁੰਚ ਨਾ ਹੋ ਸਕੇ। ਦੂਜਾ ਸ਼ਬਦ ਹੈ ਅਗਾਧ, ਅਥਾਹ, ਜਿਸ ਦੀ ਡੂੰਘਾਈ ਦਾ ਪਤਾ ਨਾ ਲੱਗ ਸਕੇ। ਤੇ ਜੋ ਜੋ ਕਹਿ ਸੋ ਮੁਕਤਾ ਹੋਏ। ਮੁਕਤਾ ਦਾ ਅਰਥ ਹੁੰਦਾ ਆਜ਼ਾਦ ਹੋਣਾ, ਮੁਕਤ ਹੋ ਜਾਣਾ। ਮੀਤ ਆਪ ਸਾਰੇ ਜਾਣਦੇ ਹੋ, ਮਿੱਤਰ ਵਾਸਤੇ ਆਇਆ। ਸੁਨ ਮੀਤਾ, ਹੇ ਮੇਰੇ ਮਿੱਤਰ। ਬਿਨਵੰਤਾ, ਬਿਨਵੰਤਾ ਦਾ ਅਰਥ ਹੁੰਦਾ ਬੇਨਤੀ ਕਰਦਾ ਹੈ। ਅਚਰਜ, ਇਹ ਸ਼ਬਦ ਗੁਰਬਾਣੀ ਵਿੱਚ ਬੇਅੰਤ ਵਾਰ ਵਰਤਿਆ ਗਿਆ ਹੈ। ਅਚਰਜ ਦਾ ਅਰਥ ਹੁੰਦਾ ਹੈਰਾਨ ਕਰਨ ਵਾਲਾ, ਹੈਰਾਨੀ। ਸੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਜੋ ਸਮਝਾਉਣਾ ਚਾਹੁੰਦੇ ਨੇ ਉਹ ਹੈ ਸਾਧ ਜਨਾ ਕੀ ਅਚਰਜ ਕਥਾ। ਇਹ ਅਚਰਜ ਕਥਾ ਕੀ ਹੈ, ਕਿਵੇਂ ਸਮਝ ਪੈ ਸਕਦੀ ਹੈ? ਸਾਧ ਜਨਾਂ ਦੇ ਜੀਵਨ ਬਾਰੇ ਇਹ ਸਾਰੀਆਂ ਗੱਲਾਂ ਬਾਤਾਂ ਇਸ ਸ਼ਲੋਕ ਅਤੇ ਅਸ਼ਟਪਦੀ ਦੇ ਰਾਹੀਂ ਸਤਿਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ। ਪਾਵਨ ਪਵਿੱਤਰ ਸ਼ਲੋਕ ਦੇ ਜੋ ਅਰਥ ਨੇ ਉਹ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਇਸ ਪਾਵਨ ਪਵਿੱਤਰ ਸ਼ਲੋਕ ਰਾਹੀਂ। ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ, ਹੇ ਮੇਰੇ ਮਿੱਤਰ, ਉਹ ਨਿਰੰਕਾਰ ਇਤਨਾ ਬੇਅੰਤ ਹੈ ਕਿ ਅਸੀਂ ਜੀਵ ਉਸ ਦਾ ਹਿਸਾਬ ਨਹੀਂ ਲਾ ਸਕਦੇ। ਲਗਾਈਏ ਵੀ ਕਿਵੇਂ? ਕਿਸ ਤਰ੍ਹਾਂ? ਜਦ ਕਿ ਸਾਡੇ ਗਿਆਨ ਇੰਦਰੀ ਜਿਨ੍ਹਾਂ ਨੇ ਸਾਨੂੰ ਉਸ ਸੰਬੰਧੀ ਗਿਆਨ ਦੇਣਾ ਹੈ ਉਸ ਤੱਕ ਪਹੁੰਚ ਹੀ ਨਹੀਂ ਸਕਦੇ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਪਹੁੰਚ ਤੋਂ ਪਰੇ ਹੈ, ਜਿੱਥੋਂ ਤੱਕ ਕਿਸੇ ਦੀ ਪਹੁੰਚ ਨਾ ਹੋਵੇ, ਜੋ ਬਹੁਤ ਡੂੰਘਾ ਹੈ। ਕਹਿਣ ਲੱਗੇ ਕਿ ਉਸ ਤੱਕ ਪਹੁੰਚ ਹੀ ਨਹੀਂ ਹੈ ਸਾਡੇ ਗਿਆਨ ਇੰਦਰੀਆਂ ਦੀ। ਭਾਵ ਉਹ ਦਾਤਾ ਸਾਡੇ ਇਹਨਾਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਉਸ ਦਾ ਚੱਕਰ, ਚਿਹਨ, ਅਰ ਵਰਨ, ਜਾਤ ਆਦਿ ਦਾ ਕੋਈ ਜਿਹੜਾ ਭੇਦ ਭਾਵ ਨਹੀਂ ਹੈ ਸਾਨੂੰ। ਸਾਡੀਆਂ ਅੱਖਾਂ ਉਸ ਨੂੰ ਵੇਖ ਨਹੀਂ ਸਕਦੀਆਂ, ਨਾ ਹੀ ਕੰਨ ਉਸ ਦੀ ਆਵਾਜ਼ ਸੁਣ ਸਕਦੇ ਹਨ, ਨਾ ਹੀ ਕੰਨ ਉਸ ਦੀ ਖੁਸ਼ਬੂ ਆਦਿ ਦਾ ਗਿਆਨ ਦੇ ਸਕਦਾ ਹੈ, ਤੇ ਨਾ ਹੀ ਸਾਡੀ ਜੀਭ ਉਸ ਦੇ ਸਵਾਦ ਦਾ ਕੁਝ ਪਤਾ ਦੱਸ ਸਕਦੀ ਹੈ, ਭਾਵ ਕੁਝ ਚਸਕਾ ਦੱਸ ਸਕਦੀ ਹੈ ਕਿ ਉਹਦਾ ਸਵਾਦ ਕਿਹੋ ਜਿਹਾ ਹੈ। ਤੇ ਨਾ ਹੀ ਸਾਡੀ ਜੋ ਤਵਚਾ ਹੈ, ਛੂਹਣ ਸ਼ਕਤੀ ਹੈ, ਸਾਡੀ ਕੋਈ ਸਹਾਇਤਾ ਕਰ ਸਕਦੀ ਹੈ। ਪਰ ਫੇਰ ਵੀ ਜਿਹੜਾ ਮਨੁੱਖ ਉਸ ਦਾ ਸਿਮਰਨ ਕਰਦਾ ਹੈ, ਜਗਤ ਪਦਾਰਥਾਂ ਨੂੰ ਭੋਗਣ ਲੱਗਿਆ ਉਸ ਦਾ ਗੁਣ ਗਾਇਨ ਕਰਦਾ ਹੈ, ਉਹ ਜਗਤ ਪਦਾਰਥਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਆਜ਼ਾਦ ਹੋ ਜਾਂਦਾ ਹੈ। ਉਸ ਨੂੰ ਜਗਤ ਪਦਾਰਥਾਂ ਦਾ ਲੋਭ ਜਾਂ ਮੋਹ ਆਪਣੇ ਜਾਲ ਵਿੱਚ ਨਹੀਂ ਫਸਾ ਸਕਦਾ।
ਤੇ ਗੁਰਦੇਵ ਕਹਿੰਦੇ ਨੇ, ਹੇ ਮੇਰੇ ਮਿੱਤਰ, ਆ ਤੈਨੂੰ ਐਸੇ ਸਾਧ ਜਨਾਂ ਨੇਕ ਪੁਰਸ਼ਾਂ ਦੀ ਅਚਰਜ ਗੱਲ ਸੁਣਾਵਾਂ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾਂ ਕੀ ਅਚਰਜ ਕਥਾ। ਜੋ ਉਸ ਦਾ ਸਿਮਰਨ ਕਰਦੇ ਹੋਏ ਸੰਸਾਰਿਕ ਬੰਧਨਾਂ ਤੋਂ ਮੁਕਤ ਹਨ, ਤਾਂ ਕਿ ਤੇਰੇ ਅੰਦਰ ਵੀ ਉਹਨਾਂ ਦੀ ਸੰਗਤ ਕਰਨ ਦਾ ਸ਼ੌਂਕ ਜਾਗ ਪਵੇ। ਆ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਸੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਥਾ ਸੁਣਾਉਣ ਲੱਗੇ ਨੇ ਸਾਧ ਦੀ। ਜਿਸ ਸਾਧ ਦਾ ਸੰਗ ਕਰਨ ਲਈ ਸਾਨੂੰ ਉਹ 7ਵੀਂ ਅਸ਼ਟਪਦੀ ਦੇ ਵਿੱਚ ਪ੍ਰੇਰਨਾ ਦੇ ਰਹੇ ਹਨ, ਉਹ ਸਾਧ ਜਾਂ ਸੰਤ ਕਿਹੜੀ ਮਹਾਨ ਹਸਤੀ ਹੈ, ਉਸ ਨੂੰ ਸਮਝ ਲੈਣਾ ਜ਼ਰੂਰੀ ਹੈ। ਕਿਉਂਕਿ ਜਦ ਤੱਕ ਸਾਨੂੰ ਅਸਲ ਸੰਤ ਜਾਂ ਸਾਧ ਦੀ ਪਹਿਚਾਣ ਨਹੀਂ ਆਏਗੀ, ਤਦ ਤੱਕ ਅਸੀਂ ਬਨਾਵਟੀ ਸੰਤਾਂ, ਸੱਜਣ ਠੱਗਾਂ, ਬਨਾਰਸ ਦੇ ਠੱਗਾਂ, ਥਾਂ ਥਾਂ ਤੇ ਖਿਲਰੇ ਹੋਏ ਜਾਲਾਂ ਤੋਂ ਬਚ ਨਹੀਂ ਸਕਦੇ। ਅੱਜ ਕੱਲ੍ਹ ਤੇ ਤੁਸੀਂ ਵੇਖ ਲਓ, ਕਿੰਨੇ ਡੁਪਲੀਕੇਟ ਜਿਹੜੇ ਨੇ ਉਹ ਮਾਰਕੀਟ ਵਿੱਚ ਤੁਹਾਨੂੰ ਸਾਧ ਲੱਭ ਜਾਣਗੇ। ਇਹ ਸੰਤ ਜਾਂ ਸਾਧ ਸ਼ਬਦ ਉਸ ਮਹਾਨ ਆਤਮਾ ਲਈ ਵਰਤਿਆ ਗਿਆ ਹੈ, ਜਿਸ ਨੇ ਸੱਚ ਦੀ ਖੋਜ ਵਿੱਚ ਚਲਦਿਆਂ ਚਲਦਿਆਂ ਸੱਚ ਨੂੰ ਪ੍ਰਾਪਤ ਕਰ ਲਿਆ ਹੈ। ਭਾਵ ਸੰਤ ਪਦ ਉਸ ਵਿਅਕਤੀ ਲਈ ਵਰਤਿਆ ਗਿਆ ਹੈ ਜੋ ਪ੍ਰਭੂ ਨਾਲ ਅਜਿਹਾ ਇੱਕ ਮਿਕ ਹੋ ਗਿਆ ਹੈ ਕਿ ਭਗਤ ਰਵਿਦਾਸ ਜੀ ਦੇ ਕਥਨ ਅਨੁਸਾਰ ਸੰਤ ਅਨੰਤ ਅੰਤਰ ਨਾਹੀ। ਉਸ ਵਿੱਚ ਅਤੇ ਅਨੰਤ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਹੁੰਦਾ। ਦੂਸਰੇ ਸ਼ਬਦਾਂ ਵਿੱਚ ਸੰਤ ਉਸ ਨਿਰਆਕਾਰ ਦਾ ਮਾਨੋ ਸਾਕਾਰ ਪ੍ਰਤੱਖ ਰੂਪ ਹੁੰਦਾ ਹੈ। ਸੰਤਾਂ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਉਹ ਤੜਕਸਾਰ ਪਉ ਫੁਟਾਲਾ, ਜਿਸ ਨੂੰ ਅਸੀਂ ਕਹਿੰਦੇ ਹਾਂ, ਜਿਸ ਨੂੰ ਅੰਮ੍ਰਿਤ ਵੇਲਾ ਗੁਰਬਾਣੀ ਵਿੱਚ ਕਿਹਾ ਗਿਆ ਹੈ, ਪਉ ਫੁਟਾਲੇ ਜਿਹੜਾ ਹੈ ਉੱਠ ਕੇ ਇਸ਼ਨਾਨ ਆਦਿ ਕਰਕੇ ਆਪਣੀ ਸੁਰਤ ਨੂੰ ਪ੍ਰਭੂ ਚਰਨਾਂ ਵਿੱਚ ਜੋੜ ਕੇ ਬੈਠ ਜਾਂਦੇ ਨੇ। ਉਸ ਪ੍ਰਭੂ ਦੇ ਰੰਗ ਵਿੱਚ ਮਸਤ ਹੋ ਜਾਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੌੜੀ ਕੀ ਵਾਰ ਵਿੱਚ ਹੀ ਬਖਸ਼ਿਸ਼ ਕਰਦੇ ਨੇ। ਗੁਰਦੇਵ ਕਹਿੰਦੇ ਨੇ, ਚਿੜੀ ਚੌਂਕੀ ਪਉ ਫੁੱਟੀ, ਵਗਨ ਬਹੁਤ ਤਰੰਗ, ਆਚਰਜ ਰੂਪ ਸੰਤਨ ਰਚੇ, ਨਾਨਕ ਨਾਮੇ ਰੰਗ। ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦਾਂ ਅਨੁਸਾਰ ਤਾਂ ਪੂਰਨ ਸੰਤ ਕਹਿਲਾਣ ਦਾ ਉਹੀ ਹੱਕਦਾਰ ਹੈ ਜਿਨ੍ਹਾਂ ਨੂੰ ਕਿਸੇ ਸਮੇਂ ਵਾਹਿਗੁਰੂ ਨਹੀਂ ਭੁੱਲਦਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸਿਸਈ ਨਾਨਕਾ, ਪੂਰਨ ਸੋਈ ਸੰਤ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੂੰ ਸਾਸ ਗਿਰਾਸ ਮੇਰਾ ਮਾਲਕ ਨਹੀਂ ਵਿਸਰਦਾ, ਸਤਿਗੁਰੂ ਕਹਿੰਦੇ ਨੇ ਕਿ ਉਹੀ ਪੂਰਨ ਸੰਤ ਨੇ। ਸਾਧ ਉਹ ਹੈ ਜਿਸ ਨੇ ਆਪਣੇ ਮਨ ਨੂੰ ਸਾਧ ਲਿਆ ਹੈ, ਜਿਸ ਨੇ ਪੰਜਾਂ ਗਿਆਨ ਇੰਦਰੀਆਂ ਤਥਾ ਮਨ ਨੂੰ ਆਪਣੇ ਵਸ ਕਰ ਲਿਆ ਹੈ, ਜਿਸ ਨੇ ਮਨ ਰੂਪੀ ਘੋੜੇ ਅਤੇ ਅੱਖਾਂ, ਕੰਨ ਆਦਿ ਇਸ ਦੇ ਚਾਟੜਿਆਂ ਨੂੰ ਬੁੱਧੀ ਦੀ ਲਗਾਮ ਪਾ ਕੇ ਆਪਣੇ ਅਧੀਨ ਕਰ ਲਿਆ ਹੈ। ਸਾਧ ਉਹ ਹੈ ਜੋ ਬਾਕੀ ਸੰਸਾਰੀਆਂ ਵਾਂਗ ਜਗਤ ਪਦਾਰਥਾਂ ਨੂੰ ਭੋਗਦਾ ਤਥਾ ਜਗਤ ਤਮਾਸ਼ਿਆਂ ਨੂੰ ਵੇਖਦਾ ਤਾਂ ਜ਼ਰੂਰ ਹੈ। ਉਹ ਸੰਸਾਰ ਵਿੱਚ ਰਹਿੰਦਾ, ਬਹਿੰਦਾ, ਹੱਸਦਾ, ਖੇਲਦਾ ਤਾਂ ਜ਼ਰੂਰ ਹੈ, ਪਰ ਸਭ ਕੈ ਮਦ ਅਲਪ ਤੋ ਰਹਿ। ਇਹਨਾਂ ਵਿੱਚ ਵਿਚਰਦਾ ਹੋਇਆ ਵੀ ਕਿਸੇ ਚੀਜ਼ ਨਾਲ ਲਿਭਾਏਮਾਨ ਨਹੀਂ ਹੁੰਦਾ, ਭਾਵ ਇਹਨਾਂ ਵਿੱਚ ਗਲਤਾਨ ਨਹੀਂ ਹੁੰਦਾ। ਉਹ ਕਿਸੇ ਖਾਸ ਦਾ ਗੁਲਾਮ ਨਹੀਂ ਹੁੰਦਾ ਹੈ। ਗੁਰੂ ਸਵਾਰਿਓ, ਗੁਰੂ ਅਰਜਨ ਸਾਹਿਬ ਜੀ ਤਾਂ ਹੋਰ ਕਮਾਲ ਕਰਦੇ ਨੇ। ਗੁਰਦੇਵ ਕਹਿੰਦੇ ਨੇ, ਸਾਧ ਉਹ ਹੈ, ਮਤਾਂ ਕਿਸੇ ਨੂੰ ਭੁਲੇਖਾ ਰਹਿ ਜਾਏ, ਚੇਤੇ ਰੱਖਣਾ, ਸਾਧ ਉਹ ਹੈ ਜਿਸ ਨੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਪੰਜੇ ਬਲੀਆਂ ਨੂੰ ਨਿਹੱਤਾ ਕਰ ਦਿੱਤਾ ਹੈ।
ਜਿਸ ਦੇ ਮਨ ਵਿੱਚ ਪਰਾਏ ਰੂਪ ਨੂੰ ਵੇਖ ਕੇ ਕਾਮ ਨਹੀਂ ਉਪਜਦਾ, ਪਰਾਏ ਧਨ ਨੂੰ ਵੇਖ ਕੇ ਲੋਭ ਨਹੀਂ ਪੈਦਾ ਹੁੰਦਾ, ਜਿਸ ਨੂੰ ਕਿਸੇ ਵਸਤੂ ਦੇ ਖੁਸ਼ ਜਾਣ ਦਾ ਉੱਪਰ ਜਿਹੜਾ ਹੈ ਕਿਸੇ ਮੰਦੇ ਬੋਲ ਸੁਣ ਕੇ ਕ੍ਰੋਧ ਨਹੀਂ ਆਉਂਦਾ, ਜਿਸ ਨੂੰ ਸੰਸਾਰਕ ਪਦਾਰਥਾਂ ਦਾ ਮੋਹ ਨਹੀਂ ਸਤਾਉਂਦਾ, ਜਿਸ ਨੂੰ ਆਪਣੀ ਜਾਤੀ ਕੁਲ ਵਿਦਵਤਾ ਆਦਿ ਦਾ ਅਹੰਕਾਰ ਨਹੀਂ ਹੁੰਦਾ। ਗੁਰਦੇਵ ਦੇ ਉਹ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰਾਂ। ਗੁਰੂ ਅਰਜਨ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 108 ਅੰਕ ਉੱਤੇ ਦਰਜ ਸਤਿਗੁਰੂ ਮਹਾਰਾਜ ਆਪਣੀ ਪਾਵਨ ਬਾਣੀ ਵਿੱਚ ਕਹਿੰਦੇ ਨੇ, ਹੋਂ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਪੀਠਾ ਦਾ ਅਰਥ ਹੁੰਦਾ ਪੀ ਦਿੱਤਾ ਹੈ, ਨਾਸ਼ ਕਰ ਦਿੱਤਾ ਹੈ। ਭਾਵ ਜਿਸ ਨੇ ਇਹਨਾਂ ਕਾਮ ਕ੍ਰੋਧ ਲੋਭ ਅਹੰਕਾਰ ਨੂੰ ਪੀ ਦਿੱਤਾ, ਨਾਸ਼ ਕਰ ਦਿੱਤਾ, ਉਹਨਾਂ ਸੰਤਾਂ ਤੋਂ ਮੈਂ ਬਲਿਹਾਰ ਜਾਉਨਾ ਹਾਂ। ਸੰਤ ਉਹ ਹੈ, ਗੁਰੂ ਸਵਾਰਿਓ ਧਿਆਨ ਨਾਲ ਸੁਣਨਾ। ਗੁਰਦੇਵ ਕਹਿੰਦੇ ਨੇ ਸੰਤ ਉਹ ਹੈ ਜਿਸ ਦੀ ਦ੍ਰਿਸ਼ਟੀ ਬੜੀ ਉਜਲ ਹੋ ਗਈ ਹੈ, ਜਿਸ ਦੀ ਦ੍ਰਿਸ਼ਟੀ ਵਿੱਚ ਮਿੱਤਰ ਸਾਤਰ ਜਾਕੈ ਏਕ ਸਮਾਨੈ, ਜਿਸ ਦੀ ਨਿਗਾਹ ਵਿੱਚ ਮਿੱਤਰ ਤੇ ਸ਼ਤਰੂ ਸਮਾਨ ਹੋ ਗਏ ਨੇ, ਜੋ ਵੈਰੀ ਦੇ ਸੱਜਣ ਦੋਹਾਂ ਨੂੰ ਇੱਕੋ ਅੱਖ ਨਾਲ ਵੇਖਦਾ ਹੈ, ਦੋਹਾਂ ਨਾਲ ਇੱਕੋ ਜਿਹਾ ਸਲੂਕ ਕਰਦਾ ਹੈ, ਜੋ ਤਤੀ ਤਵੀ ਉੱਤੇ ਬਹਿ ਕੇ ਵੀ ਕਵੇ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਜੋ ਇਹ ਗੱਲ ਕਵੇ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣਿਆਈ। ਧਿਆਨ ਦੇਣਾ, ਜੋ ਨਾ ਕਿਸੇ ਸੱਜਣ ਦੇ ਆਇਆ ਉਚੇਚੇ ਪਿਆਰ ਜਾਂ ਖੁਸ਼ੀ ਪ੍ਰਗਟ ਕਰਦਾ ਹੈ ਤੇ ਨਾ ਹੀ ਕਿਸੇ ਵੈਰੀ ਦੇ ਆਇਆ ਉਸ ਦੇ ਮਨ ਵਿੱਚ ਮੰਦ ਭਾਵਨਾ ਜਾਂ ਈਰਖਾ ਜਾਗਦੀ ਹੁੰਦੀ ਹੈ। ਚੇਤੇ ਰੱਖਣਾ, ਸੰਤ ਉਹ ਹੈ ਜਿਸ ਦੇ ਅੰਦਰ ਉਪਕਾਰ ਠਾਠਾਂ ਮਾਰਦਾ ਹੈ, ਜੋ ਸਮਝਦਾ ਹੈ ਕਿ ਨਿਰੰਕਾਰ ਨੇ ਉਸ ਨੂੰ ਪਰਉਪਕਾਰ ਲਈ ਭੇਜਿਆ ਹੈ, ਜੋ ਸਮਝਦਾ ਹੈ ਕਿ ਉਸ ਦੇ ਜੀਵਨ ਦਾ ਮਨੋਰਥ ਜਗਤ ਦੀ ਭਲਾਈ ਕਰਨਾ ਹੈ, ਜਗਤ ਦਾ ਕਲਿਆਣ ਕਰਨਾ ਹੈ, ਜਗਤ ਦੇ ਜੀਵਾਂ ਵਿੱਚੋਂ ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨਾ ਹੈ। ਸੰਸਾਰੀ ਜੀਵਾਂ ਦੇ ਅੰਦਰੋਂ ਕਾਮ ਕ੍ਰੋਧ ਆਦਿ ਬੁਰਾਈਆਂ ਨੂੰ ਦੂਰ ਕਰਕੇ ਉਸ ਨੂੰ ਜਗਤ ਦੇ ਮੋਹ ਜਾਲ ਵਿੱਚੋਂ ਕੱਢ ਕੇ ਨਿਰੰਕਾਰ ਨਾਲ ਮਿਲਾਉਂਦਾ ਹੈ। ਗੁਰਦੇਵ ਸੂਹੀ ਰਾਗ ਵਿੱਚ ਬਖਸ਼ਿਸ਼ ਕਰਦੇ ਨੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਸੰਤ ਲੋਕ ਸਿੱਧਾ ਜਾਂ ਤਪੀਸਰਾ ਵਾਂਗ ਕਠੋਰ ਜਾਂ ਸਵਾਰਥੀ ਨਹੀਂ ਹੁੰਦੇ, ਕੇਵਲ ਆਪਣੀ ਮੁਕਤੀ ਦੀ ਖਾਤਰ ਜੰਗਲਾਂ ਪਰਬਤਾਂ ਵਿੱਚ ਨਹੀਂ ਛੁਪਦੇ। ਯਾਦ ਰੱਖਣਾ ਨਾ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਨਾ ਕਿ ਗੁਰੂ ਅਰਜਨ ਸਾਹਿਬ ਜੀ ਦੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਜਦੋਂ ਸਿੱਧ ਸੁਮੇਰ ਪਰਬਤ ਤੇ ਮਿਲੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਾਇਰ ਬਣ ਕੇ ਛੁਪ ਕੇ ਇਹ ਪਰਬਤ ਦੀਆਂ ਗੁਫਾਵਾਂ ਵਿੱਚ ਬਹਿ ਗਏ ਹੋ। ਤੇ ਉਸ ਗੱਲ ਨੂੰ ਭਾਈ ਗੁਰਦਾਸ ਜੀ ਨੇ ਕਲਮਬੰਦ ਕੀਤਾ ਕਿ ਸਿੱਧ ਛਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਗੁਰਦੇਵ ਕਹਿੰਦੇ ਤੁਸੀਂ ਕਾਇਰ ਬਣ ਕੇ ਇਹ ਪਰਬਤਾਂ ਵਿੱਚ ਆ ਕੇ ਲੁਕ ਕੇ ਛਿਪ ਕੇ ਬੈਠ ਗਏ ਹੋ, ਸੰਸਾਰ ਨੂੰ ਕੌਣ ਪਾਰ ਉਤਾਰੇਗਾ। ਤੁਸੀਂ ਕਿਹੋ ਜਿਹੇ ਸਾਧ ਹੋ, ਕਿਹੋ ਜਿਹੇ ਸਿੱਧ ਹੋ। ਸੰਤ ਪੁਰਸ਼ ਤਾਂ ਉਹ ਹੈ ਜੋ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਪਰਉਪਕਾਰ ਵਾਸਤੇ ਜਿਉਂਦਾ ਹੈ, ਲੋਕਾਂ ਦੀ ਭਲਾਈ ਵਾਸਤੇ ਜਿਉਂਦਾ ਹੈ। ਸੋ ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਉਹ ਜਗਤ ਜਲੰਦਾ ਵੇਖ ਕੇ ਉਸ ਤੋਂ ਦੂਰ ਨਹੀਂ ਭੱਜਦਾ, ਸਗੋਂ ਆਪਣੀ ਅੰਮ੍ਰਿਤ ਬਰਸਾਣ ਵਾਲੀ ਤੱਕੜੀ ਤਥਾ ਮਿੱਠੇ ਬੋਲਾਂ ਨਾਲ ਤਪਦੇ ਹਿਰਦਿਆਂ ਨੂੰ ਠਾਰ ਦਿੰਦੇ ਹਨ। ਉਹ ਸੰਸਾਰੀਆਂ ਨੂੰ ਵਿਸੇ ਵਿਕਾਰਾਂ ਦੀ ਅੱਗ ਵਿੱਚੋਂ ਤੇ ਮੋਹ ਦੇ ਚਿੱਕੜ ਵਿੱਚੋਂ ਕੱਢਣ ਲਈ ਜਾਂ ਜ਼ਾਲਮਾਂ ਦੇ ਪੰਜੇ ਵਿੱਚੋਂ ਛੁਡਾਉਣ ਲਈ ਆਪਣਾ ਸੁੱਖ ਆਰਾਮ ਸਭ ਕੁਝ ਕੁਰਬਾਨ ਕਰ ਦਿੰਦੇ ਹਨ ਅਤੇ ਲੋੜ ਪੈਣ ਤੇ ਆਪਣੇ ਜੀਵਨ ਦੀ ਵੀ ਬਾਜ਼ੀ ਲਗਾ ਦਿੰਦੇ ਨੇ। ਇਸੇ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ
ਆਸਾ ਰਾਗ ਵਿੱਚ 392 ਅੰਕ ਉੱਤੇ ਗੁਰਦੇਵ ਨੇ ਪਾਵਨ ਮਹਾਵਾਕ ਆਖੇ, ਕੋਟ ਕੋਟ ਅਗ ਕਾਟਣ ਹਾਰਾ, ਦੁਖ ਦੂਰ ਕਰਨ ਜੀ ਕੇ ਦਾਤਾਰਾ, ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤਨ ਛਲੀ। ਗੁਰੂ ਸਵਾਰਿਓ, ਇੱਥੇ ਹੀ ਬਸ ਨਹੀਂ, ਸਾਹਿਬਾਂ ਨੇ ਇੱਕ ਪੂਰਨ ਸੰਤ ਦੇ ਸਾਰੇ ਸ਼ੁਭ ਗੁਣਾਂ ਨੂੰ ਬੜੇ ਸੁੰਦਰ ਢੰਗ ਨਾਲ ਸ਼ਲੋਕ ਸੰਸਕ੍ਰਿਤੀ ਵਿੱਚ ਬਿਆਨ ਕੀਤਾ ਹੈ। ਗੁਰਦੇਵ ਪਾਤਸ਼ਾਹ ਜੀ ਦੇ ਉਹ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰਾਂ। ਗੁਰਦੇਵ ਕਹਿੰਦੇ ਨੇ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨః, ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣః, ਦਿਆਲੰ ਸਰਬਤਰ ਜੀਆਂ ਪੰਚ ਦੋਖ ਵਿਵਰਜਤః, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ, ਉਪਦੇਸੰ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨਹਿ ਸਰੋਤ ਸਵਰਣੰ ਆਪ ਤਿਆਗ ਸਗਲ ਰੇਣੁਕਾ, ਖਟ ਲਖਣ ਪੂਰਨੰ ਪੁਰਖਾ, ਨਾਨਕ ਨਾਮ ਸਾਧ ਸਵੈ ਜਨੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਖਟ ਲਖਣ ਪੂਰਨੰ ਪੁਰਖਾ, ਨਾਨਕ ਨਾਮ ਸਾਧ ਸਵੈ ਜਨੈ। ਸਤਿਗੁਰੂ ਕਹਿੰਦੇ ਨੇ, ਭਾਵ ਪੂਰਨ ਪੁਰਖ ਜਾਂ ਸੰਤ ਉਹ ਹੈ ਜਿਸ ਦੇ ਵਿੱਚ ਇਹ 6 ਲੱਛਣ ਹੋਣ। ਉਹ ਕਿਹੜੇ ਕਿਹੜੇ? ਨੰਬਰ 1, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤ ਪੂਰਨ ਹੈ। ਰਾਮ ਦਾ ਨਾਮ ਜਪਦਾ ਹੈ ਤੇ ਸਰਵ ਵਿਆਪਕ ਵਿੱਚ ਸੁਰਤ ਜੋੜਦਾ ਹੈ, ਭਾਵ ਉਸ ਮਾਲਕ ਵਿੱਚ ਸੁਰਤ ਜੋੜਦਾ ਹੈ। ਨੰਬਰ 2, ਸੁਖ ਦੁੱਖ ਇੱਕ ਸਮਾਨ ਸਮਝ ਕੇ ਨਿਰਵੈਰ ਤੇ ਨਿਰਮਲ ਜੀਵਨ ਬਤੀਤ ਕਰਦਾ ਹੈ। ਨੰਬਰ 3, ਸਭ ਜੀਆਂ ਤੇ ਤਰਸ ਕਰਦਾ ਹੈ ਅਤੇ ਪੰਜੇ ਵਿਕਾਰਾਂ ਤੋਂ ਬਚਦਾ ਹੈ। ਨੰਬਰ 4, ਕੀਰਤਨ ਨੂੰ ਭੋਜਨ ਸਮਝਦਾ ਹੈ ਤੇ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਨੰਬਰ 5, ਸੱਜਣ ਤੇ ਵੈਰੀ ਸਭ ਨਾਲ ਪ੍ਰੇਮ ਕਰਨਾ ਸਿੱਖਦਾ ਹੈ ਤੇ ਪ੍ਰਭੂ ਨੂੰ ਪਿਆਰ ਕਰਦਾ ਹੈ। ਨੰਬਰ 6, ਕਿਸੇ ਦੀ ਨਿੰਦਿਆ ਨਹੀਂ ਸੁਣਦਾ ਅਤੇ ਸਭ ਦੇ ਚਰਨਾਂ ਦੀ ਧੂੜ ਬਣਦਾ ਹੈ। ਸੋ ਇਹ 6 ਲੱਛਣ ਜਿਹਦੇ ਵਿੱਚ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਪਰ ਨਿੰਦਾ ਨਹਿ ਸਰੋਤ ਸਵਰਣੰ ਆਪ ਤਿਆਗ ਸਗਲ ਰੇਣੁਕਾ, ਖਟ ਲਖਣ ਪੂਰਨੰ ਪੁਰਖਾ, ਨਾਨਕ ਨਾਮ ਸਾਧ ਸਵੈ ਜਨੈ। ਜਿਸ ਮਨੁੱਖ ਵਿੱਚ ਇਹ 6 ਗੁਣ ਹਨ ਉਹੀ ਸਾਧ ਜਾਂ ਸੰਤ ਅਖਾਉਣ ਦਾ ਹੱਕਦਾਰ ਹੈ। ਸੰਤ ਦੀ ਸਭ ਤੋਂ ਵੱਡੀ ਪਰਖ ਹੈ ਹੀ ਇਹ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸੰਤ ਨ ਛਾੜੈ ਸੰਤਈ, ਜੇ ਕੋਟਕ ਮਿਲੈ ਅਸੰਤ। ਕਬੀਰ ਸੰਤ ਨ ਛਾੜੈ ਸੰਤਈ, ਜੇ ਕੋਟਕ ਮਿਲੈ ਅਸੰਤ। ਮਲਿਆਗਰ ਭੁਯੰਗਮ ਬੇੜਿਓ, ਤਾਂ ਸੀਤਲਤਾ ਨਾ ਤਜੰਤ। ਉਹ ਆਪਣਾ ਸੁਭਾਅ ਜਿਹੜਾ ਹੈ ਨਹੀਂ ਛੱਡਦਾ ਸੰਤ। ਜਿਸ ਤਰ੍ਹਾਂ ਕਿ ਜਿਹੜੇ ਚੰਦਨ ਦੇ ਬੂਟੇ ਦੇ ਨਾਲ ਸੱਪ ਲਿਪਟੇ ਹੋਏ ਰਹਿੰਦੇ ਨੇ, ਪਰ ਚੰਦਨ ਦਾ ਬੂਟਾ ਆਪਣਾ ਠੰਡਕ ਵਾਲਾ ਸੁਭਾਅ ਉਹ ਨਹੀਂ ਛੱਡਦਾ, ਉਸ ਦੇ ਸੁਭਾਅ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਇੱਕ ਪੂਰਨ ਸੰਤ ਕਰੋੜਾਂ ਦੁਸ਼ਟਾਂ ਦੇ ਪ੍ਰਭਾਵ ਥੱਲੇ ਕਿਸੇ ਲੋਭ ਵਸ ਜਾਂ ਕਿਸੇ ਰਾਜ ਦੰਡ ਤੇ ਭੈ ਦੇ ਕਾਰਨ ਜਾਂ ਕਿਸੇ ਹੋਰ ਦਬਾਅ ਹੇਠ ਆ ਕੇ ਆਪਣੇ ਸ਼ੁਭ ਗੁਣਾਂ ਨੂੰ ਨਹੀਂ ਛੱਡਦਾ, ਆਪਣੇ ਨਾਮ ਜਪਣ ਵਾਲੇ ਗੁਣ ਨੂੰ ਨਹੀਂ ਛੱਡਦਾ, ਉਹਦੀ ਬੰਦਗੀ ਕਰਨ ਦੇ ਢੰਗ ਵਿੱਚ ਕੋਈ ਫਰਕ ਨਹੀਂ ਆਉਂਦਾ। ਆਪ ਜੀ ਦੇ ਸਾਹਮਣੇ ਬੇਅੰਤ ਉਦਾਹਰਨਾਂ ਨੇ। ਭਗਤ ਪ੍ਰਹਿਲਾਦ ਜੀ ਦੀ ਉਦਾਹਰਨ ਤੁਹਾਡੇ ਸਾਹਮਣੇ ਹੈ, ਭਗਤ ਨਾਮਦੇਵ ਜੀ ਦੀ ਉਦਾਹਰਨ ਤੁਹਾਡੇ ਸਾਹਮਣੇ ਹੈ। ਭਗਤ ਪ੍ਰਹਿਲਾਦ ਨੂੰ ਸਮੇਂ ਦੇ ਹਾਕਮ ਨੇ, ਉਹਨਾਂ ਦੇ ਪਿਤਾ ਹਰਨਾਕਸ ਨੇ ਬੜਾ ਭੈ ਪੀਤ ਕੀਤਾ, ਪਰ ਉਹ ਭੈ ਪੀਤ ਨਹੀਂ ਹੋਏ। ਬੜਾ ਡਰਾਉਣ ਦਾ ਯਤਨ ਕੀਤਾ, ਉਹ ਨਹੀਂ ਡਰੇ। ਇੱਕੋ ਹੀ ਗੱਲ ਕਹੀ, ਨਹੀਂ ਛੋਡੂ ਰੇ ਬਾਬਾ RAM ਨਾਮ, ਮੇਰਾ ਔਰ ਪੜਨ ਸੋ ਨਹੀਂ ਉਕਾਮ। ਭਗਤ ਨਾਮਦੇਵ ਜੀ ਨੂੰ ਵੀ ਬੜਾ ਭੈ ਪੀਤ ਕੀਤਾ। ਈਵਨ ਉਹਨਾਂ ਦੀ ਮਾਤਾ ਨੂੰ ਵੀ ਕਿਹਾ ਗਿਆ ਕਿ ਆਪਣੇ ਬੱਚੇ ਨੂੰ ਕਹੋ ਕਿ ਇਹ ਜਿਹੜਾ ਹੈ ਉਹ ਰਾਮ ਰਾਮ ਕਹਿਣਾ ਛੱਡ ਦੇਵੇ,
ਤੇ ਖੁਦਾ ਖੁਦਾ ਉਸ ਮਾਲਕ ਦਾ ਨਾਮ ਲਵੇ। ਤੇ ਭਗਤ ਨਾਮਦੇਵ ਜੀ ਨੇ ਵੀ ਨਿਰਭੈ ਦਾ ਨਾਰਾ ਦਿੰਦਿਆਂ ਹੋਇਆਂ ਗੱਲ ਕਹੀ ਕਿ ਮਾਤਾ ਨਾ ਹੂੰ ਤੇਰਾ ਪੁੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੂੰ ਹਰ ਗੁਣ ਗਾਏ। ਯਾਦ ਰੱਖਣਾ, ਭਗਤ ਦਾ ਜੀਵਨ ਤਾਂ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਬੁਰੇ ਦਾ ਵੀ ਭਲਾ ਕਰਦਾ ਹੈ। ਠੁੱਡਾ ਮਾਰਨ ਵਾਲੇ ਦੇ ਪੈਰ ਘੁੱਟਣ ਲੱਗ ਪੈਂਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਇਤਿਹਾਸ ਤੁਹਾਡੇ ਸਾਹਮਣੇ ਹੈ। ਬਾਬਾ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਦੇ ਸੀਨੇ ਵਿੱਚ ਲੱਤ ਮਾਰ ਦਿੱਤੀ ਸੀ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਨਿਮਰਤਾ ਦੀ ਮੂਰਤ, ਕੈਸੇ ਸੰਤ ਨੇ ਗੁਰਦੇਵ ਪਾਤਸ਼ਾਹ ਕਿ ਬਾਬਾ ਦਾਤੂ ਜੀ ਦੇ ਚਰਨਾਂ ਨੂੰ ਘੁੱਟਣ ਲੱਗ ਪਏ ਤੇ ਆਖਣ ਲੱਗੇ ਤੁਹਾਨੂੰ ਸੱਟ ਤਾਂ ਨਹੀਂ ਲੱਗੀ ਹੈ। ਉਹ ਆਪਣੀ ਨਿਮਰਤਾ ਨਹੀਂ ਛੱਡਦੇ ਗੁਰੂ ਅਮਰਦਾਸ ਮਹਾਰਾਜ। ਕਿੱਡੀ ਨਿਮਰਤਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੇਰੇ ਬੁੱਢੜੇ ਹੱਡ ਨੇ, ਤੁਹਾਡੇ ਕੋਮਲ ਸਰੀਰ, ਤੁਹਾਡਾ ਪੈਰ ਬੜਾ ਕੋਮਲ ਹੈ, ਚਰਨ ਬੜੇ ਕੋਮਲ ਨੇ, ਤੁਹਾਡੇ ਚਰਨਾਂ ਨੂੰ ਸੱਟ ਲੱਗੀ ਹੋਏਗੀ ਮੇਰੇ ਬੁੱਢੇ ਤਨ ਵਿੱਚ ਲੱਗਣ ਨਾਲ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਿਮਰਤਾ ਤੋਂ ਬਲਿਹਾਰ ਜਾਈਏ। ਬਾਬਾ ਫਰੀਦ ਜੀ ਨੇ ਤੇ ਕਮਾਲ ਹੀ ਕਰ ਦਿੱਤਾ। ਬਾਬਾ ਫਰੀਦ ਜੀ ਸਾਨੂੰ ਸਮਝਾਉਂਦੇ ਨੇ, ਭਲਿਆ ਸੰਤ ਕਿਸ ਬਿਰਤੀ ਦਾ ਨਾਂ ਹੈ। ਕਹਿਣ ਲੱਗੇ ਕਿੱਡੀ ਨਿਮਰਤਾ ਸੰਤ ਵਿੱਚ ਹੁੰਦੀ ਹੈ। ਕਹਿਣ ਲੱਗੇ ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਤਿਨ ਨ ਮਾਰੇ ਘੁੰਮ, ਆਪਨ ਰਹਿ ਘਰ ਜਾਈਐ, ਪੈਰ ਤਿਨਾਂ ਦੇ ਚੁੰਮ। ਬਾਬਾ ਫਰੀਦ ਜੀ ਨੇ ਬਖਸ਼ਿਸ਼ ਕੀਤੀ। ਬਾਬਾ ਫਰੀਦ ਕਹਿੰਦੇ ਨੇ ਭਲਿਆ ਸੰਤ ਦਾ ਜੀਵਨ, ਦਰਵੇਸ਼ ਦਾ ਜੀਵਨ, ਫਕੀਰ ਦਾ ਜੀਵਨ ਤਾਂ ਇਸ ਕਸਵੱਟੀ ਤੇ ਉਤਰਿਆ ਹੁੰਦਾ ਖਰਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਸੋ ਯਾਦ ਰੱਖਣਾ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਐਸੇ ਸੰਤ ਦੀ ਪਰਿਭਾਸ਼ਾ ਸਤਿਗੁਰੂ ਮਹਾਰਾਜ ਜੀ ਨੇ ਇਸ ਅਸ਼ਟਪਦੀ ਦੇ ਵਿੱਚ ਸਾਨੂੰ ਸਮਝਾਈ ਹੈ। ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਕਿ ਇਹੋ ਜਿਹੇ ਸੰਤ ਗੁਰਮੁਖਾਂ ਦੀ ਸੰਗਤ ਵਿੱਚ ਰਹਿਆਂ ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ, ਜਿਸ ਕਰਕੇ ਬੰਦੇ ਦਾ ਮੁਖ ਉਜਲ ਹੋ ਜਾਂਦਾ ਹੈ। ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਸੋ ਗੁਰੂ ਸਵਾਰਿਓ, ਇਸ ਅਸ਼ਟਪਦੀ ਨੂੰ ਆਪ ਜੀ ਜਦੋਂ ਪੜੋਗੇ ਤੇ ਵਿਚਾਰੋਗੇ ਸਾਧ ਦੇ ਸੰਗਤ ਕਰਨ ਦੇ ਨਾਲ ਕੀ ਕੁਝ ਪ੍ਰਾਪਤ ਹੁੰਦਾ ਹੈ, ਉਹ ਆਪ ਜੀ ਨੂੰ ਇਸ ਅਸ਼ਟਪਦੀ ਦੇ ਵਿੱਚ ਜਿਹੜਾ ਹੈ 8 ਬੰਦਾਂ ਵਿੱਚ ਦਰਸ਼ਨ ਹੋਣਗੇ। ਸੋ ਆਓ ਰਲ ਮਿਲ ਕੇ ਗੁਰਬਾਣੀ ਤੋਂ ਸੰਦੇਸ਼ ਲੈਂਦਿਆਂ ਹੋਇਆਂ ਇਹ ਪ੍ਰਣ ਕਰੀਏ ਕਿ ਇਹੋ ਜਿਹੇ ਕਰਨੀ ਵਾਲੇ, ਜਿਨ੍ਹਾਂ ਦੀ ਕਰਨੀ ਅਤੇ ਕਥਨੀ ਇੱਕ ਹੈ, ਉਹਨਾਂ ਦੀ ਚਰਨ ਧੂੜ ਮਿਲ ਜਾਏ ਐਸੇ ਸਾਧ ਜਨਾਂ ਦੀ। ਗੁਰਦੇਵ ਕਹਿੰਦੇ ਨੇ ਸਾਧ ਜਨਾਂ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਫੂਰ। ਸੋ ਗੁਰੂ ਸਵਾਰਿਓ, ਗੁਰੂ ਕਿਰਪਾ ਕਰੇ ਅਸੀਂ ਇਸ ਅਸ਼ਟਪਦੀ ਨੂੰ ਧਿਆਨ ਨਾਲ ਪੜ੍ਹਨਾ ਹੈ ਆਪ ਜੀ ਨੇ ਤੇ ਵਿਚਾਰਨਾ ਹੈ, ਤਦੇ ਆਪ ਜੀ ਨੂੰ ਅਸਲ ਸਾਧ ਦੇ ਦਰਸ਼ਨ ਜਿਹੜਾ ਇਸ ਅਸ਼ਟਪਦੀ ਦੇ ਵਿੱਚੋਂ ਹੋਣਗੇ। ਤੇ ਸਾਧ ਦੀ ਮਹਿਮਾ ਵੀ ਇਸ ਅਸ਼ਟਪਦੀ ਦੇ ਵਿੱਚ ਜੋ ਗੁਰੂ ਅਰਜਨ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੀ ਹੈ ਉਹ ਸਾਡੇ ਹਿਰਦੇ ਵਿੱਚ ਵਸੇ। ਮੇਰੇ ਗੁਰਦੇਵ ਪਾਤਸ਼ਾਹ ਜੀ ਅਖੀਰ ਵਿੱਚ ਇੱਕ ਗੱਲ ਜ਼ਰੂਰ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਸਾਧ ਕੀ ਸ਼ੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇੱਕ ਪੂਰਨ ਸੰਤ ਦੀ ਸ਼ੋਭਾ ਕੋਈ ਪੂਰਨ ਸੰਤ ਹੀ ਕਰ ਸਕਦਾ ਹੈ, ਕਿਉਂਕਿ ਇੱਕ ਪੂਰਨ ਸੰਤ ਅਤੇ ਉਸ ਨਿਰੰਕਾਰ ਵਿੱਚ ਕੋਈ ਫਰਕ ਨਹੀਂ। ਇਹ ਨਿਰੰਕਾਰ ਜਿਵੇਂ ਤੁਮਰੀ ਉਸਤਤ ਤੁਮ ਤੇ ਹੋਏ, ਤਿਵੇਂ ਸਾਧ ਕੀ ਸ਼ੋਭਾ ਕੋਈ ਸਾਧ ਹੀ ਕਰ ਸਕਦਾ ਹੈ। ਸੋ ਗੁਰੂ ਸਵਾਰਿਓ, ਆਪ ਜੀ ਨੇ ਇਸ ਅਸ਼ਟਪਦੀ ਨੂੰ ਇੱਕ ਵਾਰ ਫੇਰ ਵਿਚਾਰ ਲੈਣਾ ਹੈ ਤਾਂ ਕਿ ਅਸਲ ਸਾਧ ਦਾ ਜੀਵਨ ਸਾਡੇ ਸਾਹਮਣੇ ਆ ਸਕੇ, ਅਸੀਂ ਸੱਚਾਈ ਤੋਂ ਜਾਣੂ ਹੋ ਸਕੀਏ। ਅੱਜ ਦੀ ਗੁਰਮਤਿ ਕਲਾਸ ਵਿੱਚ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਬੁਲਾਓ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।